बिस्मिल्लाहिर्रहमानिर्रहीम। राना शाहिद महमूद अपने डिजिटल चैनल ਤੇ ਦੋਸਤਾਂ ਨੂੰ ਖੁਸ਼ ਆਮਦੀਦ। ਮੈਂ ਕੱਲ ਮੁਸੱਦਕ ਮਲਕ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਤੇ ਉਹ ਜਿਸ ਤਰ੍ਹਾਂ ਉਹ ਨਸਾਂ ਫਾੜ ਕੇ ਔਰ ਜਿਹੜਾ ਉਹਨਾਂ ਦਾ ਜੋਸ਼ ਔਰ ਵਲਵਲਾ ਉਹ ਜਿਸ ਉਹ ਪੂਰੇ ਉਹ ਜੋਸ਼ੇ ਖਿਤਾਬਤ ਦੇ ਵਿੱਚ ਉਹ ਅਨਾਉਂਸਮੈਂਟ ਕਰ ਰਹੇ ਸਨ। ਇੱਕ ਐਸੀ ਅਨਾਉਂਸਮੈਂਟ ਜਿਹੜੀ ਕਿ 6 ਹਫ਼ਤੇ ਬਾਅਦ ਪ੍ਰੈਕਟੀਕਲ ਹੋਣੀ ਵੀ ਹੈ ਕਿ ਨਹੀਂ ਹੋਣੀ, ਲੇਕਿਨ ਉਹਨਾਂ ਦਾ ਜਿਹੜਾ ਜਜ਼ਬਾ ਸੀ, ਜਿਹੜਾ ਉਹਨਾਂ ਦਾ ਜੋਸ਼ੇ ਖਿਤਾਬਤ ਸੀ ਔਰ ਉਹ ਇੰਪਰੈਸ਼ਨ ਇਹ ਸੀ ਕਿ ਗਰੀਬ ਆਵਾਮ ਜਿਹੜੇ ਨੇ ਸ਼ਾਇਦ ਉਹਨਾਂ ਦੇ ਅੰਦਰ ਜਿਹੜੇ ਜਜ਼ਬਾਤ ਨੇ ਗਰੀਬ ਆਵਾਮ ਵਾਸਤੇ ਉਹ ਜਨਾਬ ਉੱਡ ਕੇ ਬਾਹਰ ਆ ਰਹੇ ਸਨ। ਤੇ ਤੁਸੀਂ ਜ਼ਰਾ ਉਸ ਸਕੀਮ ਦੇ ਉੱਤੇ ਜ਼ਰਾ ਮੈਂ ਇੱਕ ਟੈਕਨੀਕਲ ਉਹਦੇ 'ਤੇ ਤਜਜ਼ੀਆ ਕਰਾਂਗਾ। ਜਿਹੜੀ ਇਹ ਤਕਰੀਬਨ ਇਹ ਸਬਸਿਡੀ ਦੀ ਸਕੀਮ ਲੈ ਕੇ ਆ ਰਹੇ ਨੇ, ਸਬਸਿਡੀ ਤਾਂ ਉਹਨੂੰ ਨਹੀਂ ਕਹਿ ਰਹੇ, ਉਹ ਕਹਿ ਰਹੇ ਨੇ ਕਿ ਇੱਕ ਸਾਈਡ ਤੋਂ ਅਸੀਂ ਜਿਹੜਾ ਨਾ ਗਰੀਬਾਂ ਦੇ ਉੱਤੇ ਉਹ ਪੈਸੇ ਪਾਵਾਂਗੇ ਤੇ ਉਹ ਗਰੀਬਾਂ ਨੂੰ ਅਮੀਰਾਂ 'ਤੇ ਪਾਵਾਂਗੇ ਔਰ ਗਰੀਬਾਂ ਨੂੰ ਦੇਵਾਂਗੇ ਇਸ ਤਰ੍ਹਾਂ, ਕਿਉਂਕਿ ਉਹ IMF ਦੀ ਤਲਵਾਰ ਵੀ ਉੱਤੇ ਲਟਕ ਰਹੀ ਹੈ। ਆਪਣੇ ਵੱਲੋਂ ਤਾਂ ਬੜੀ ਟੈਕਨੀਕਲ ਗੇਮ ਖੇਡ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਵਿਚਾਰੇ ਕਿ ਕਿਸੇ ਤਰ੍ਹਾਂ ਕੋਈ ਐਸਾ ਕੋਈ ਅਨਾਉਂਸਮੈਂਟ ਕਰੀਏ ਜਿਹਦੇ ਨਾਲ ਕੋਈ ਖਾਨ ਸਾਹਿਬ ਦੇ ਬਿਆਨੀਆਂ ਨੂੰ ਅਸੀਂ ਜਿਹੜਾ ਨਾ ਕੋਈ ਕਾਊਂਟਰ ਕਰ ਸਕੀਏ। ਲੇਕਿਨ ਉਹ ਕੋਈ ਵੀ ਐਸੀ ਜਿਹੜੀ ਵੀ ਉਹ ਕੋਈ ਮੂਵ ਕਰਦੇ ਨੇ, ਉਹ ਬਜਾਏ ਇਸ ਦੇ ਕਿ ਕੋਈ ਕਾਊਂਟਰ ਪ੍ਰੋਡਕਟਿਵ ਹੋਵੇ, ਕੋਈ ਉਹਨਾਂ ਨੂੰ ਫਾਇਦਾ ਹੋਵੇ, ਉਹ ਹਰ ਮੂਵ ਜਿਹੜੀ ਹੈ ਨਾ ਜੀ ਉਹਨਾਂ ਦੇ ਖਿਲਾਫ ਜਾ ਰਹੀ ਹੈ। ਜਿਨ੍ਹਾਂ ਨੂੰ ਉਹਨਾਂ ਨੂੰ ਇਹ ਮਸ਼ਵਰਾ ਦਿੱਤਾ ਹੈ ਕਿ ਇਹ ਤੁਸੀਂ ਜਿਹੜਾ ਨਾ ਜੀ ਇਹ ਕੋਈ 100 ਰੁਪਏ ਜਾਂ 50 ਰੁਪਏ ਜਿਹੜਾ ਨਾ ਜੀ ਤੁਸੀਂ ਪੈਟਰੋਲ ਡੀਜ਼ਲ ਜਿਹੜਾ ਨਾ ਜੀ ਇਹ ਕੰਮ ਕਰੋ ਪੈਟਰੋਲ ਤੇ ਇਹਦਾ ਤੁਹਾਨੂੰ ਬੜਾ ਫਾਇਦਾ ਹੋਏਗਾ। ਮੈਂ ਤੁਹਾਨੂੰ ਅੱਜ ਯਕੀਨ ਦਹਾਨੀ ਕਰਾ ਰਿਹਾ ਔਰ ਇਹ ਮੈਂ ਆਪਣੇ ਉਹ ਦੋਸਤ ਜਿਹੜੇ ਪਾਕਿਸਤਾਨ ਮੁਸਲਿਮ ਲੀਗ ਨਾਲ ਜਾਂ PDMA ਨਾਲ ਵਬਸਤਾ ਨੇ, ਮੈਂ ਉਹਨਾਂ ਨੂੰ ਇਹ ਪੇਸ਼ਗੀ ਖਬਰ ਦੇ ਰਿਹਾ ਕਿ ਇਹ ਜਿਹੜੀ ਉਹ ਮੂਵ ਕਰਨ ਜਾ ਰਹੇ ਨੇ ਇਹ ਉਹਨਾਂ ਨੂੰ ਬਜਾਏ ਇਸ ਦੇ ਕਿ ਇਹਨਾਂ ਦਾ ਕੋਈ ਫਾਇਦਾ ਹੋਵੇ, ਇਹਨਾਂ ਵਾਸਤੇ ਜਿਹੜਾ ਨਾ ਜੀ ਇਹ ਬਦਨਾਮੀ ਦੀ ਬਾਇਸ ਬਣੇਗੀ ਔਰ ਇਹਨਾਂ ਵਾਸਤੇ ਇਹ ਨੁਕਸਾਨਦੇਹ ਸਾਬਤ ਹੋਏਗੀ। ਕਿਉਂਕਿ ਜਿਹੜੀ ਕੰਡੀਸ਼ਨੈਲਿਟੀ ਜਿਹੜੀਆਂ ਸ਼ਰਾਇਤਾਂ, ਕਿਉਂਕਿ ਜਦੋਂ ਵੀ ਤੁਸੀਂ ਕੋਈ ਪਾਲਿਸੀ ਲੈ ਕੇ ਆਉਂਦੇ ਹੋ ਡੈਫੀਨਿਟਲੀ ਉਹਦੇ ਕੋਈ SOPs ਤੁਸੀਂ ਬਣਾਉਂਦੇ ਹੋ ਤੇ ਸਾਡੀ ਆਵਾਮ ਦੇ ਵਿੱਚ ਇਸ ਤਰ੍ਹਾਂ, ਕਿਉਂਕਿ ਅਸੀਂ ਉਸ ਤਰ੍ਹਾਂ ਦੇ ਮੌਬ ਹੈ, ਇੱਕ ਹਜੂਮ ਕਿਸਮ ਦੀ ਸਾਡੀ ਆਵਾਮ ਹੈ, ਕਿਉਂਕਿ ਅਸੀਂ ਇਸ ਤਰ੍ਹਾਂ ਦੀ ਪਾਲਿਸੀ ਦੇ ਵਿੱਚ ਫਿਰ ਉਹ ਜਿਹੜੇ ਛੋਟੇ ਗਰੀਬ ਕਿਸਮ ਦੇ ਮਾਫੀਆਜ਼ ਹੁੰਦੇ ਨੇ ਉਹ ਫਿਰ ਇਹਦੇ ਵਿੱਚ ਸਰਗਰਮ ਹੋ ਜਾਂਦੇ ਨੇ, ਪੈਟਰੋਲ ਪੰਪ ਮਾਫੀਆ ਸਰਗਰਮ ਹੋ ਜਾਣਗੇ ਤੇ ਉਹ ਟ੍ਰਿਕਲ ਡਾਊਨ ਇਫੈਕਟ ਇਹਦਾ ਨਹੀਂ ਹੋਣਾ ਔਰ ਉਹਦਾ ਬਜਾਏ ਇਸ ਦੇ ਕਿ ਉਹਦਾ ਕੋਈ ਇਹਨਾਂ ਨੂੰ ਕੋਈ ਫਾਇਦਾ ਹੋਵੇ, ਕੋਈ ਇਮਰਾਨ ਖਾਨ ਦੇ ਖਿਲਾਫ ਜਿਹੜਾ ਨਾ ਜੀ ਕੋਈ ਇਹਨਾਂ ਦੀ ਕੋਈ ਪਾਪੂਲੈਰਿਟੀ ਜਾਂ ਉਹਨਾਂ ਦੀ ਕੋਈ ਪਾਪੂਲੈਰਿਟੀ ਡਾਊਨ ਹੋਵੇ ਜਾਂ ਇਹਨਾਂ ਦੀ ਕੋਈ ਗਵਰਨੈਂਸ ਦੇ ਉੱਤੇ ਕੋਈ ਫਾਇਦਾ ਹੋਵੇ। ਇਹ ਸਕੀਮ ਮੈਂ ਨਹੀਂ ਖਿਆਲ ਕਿ ਸਕੀਮ ਕੋਈ ਇਹਨਾਂ ਵਾਸਤੇ ਕੋਈ ਕਾਊਂਟਰ ਪ੍ਰੋਡਕਟਿਵ ਹੋਏਗੀ ਜਾਂ ਇਹਨਾਂ ਨੂੰ ਇਹਦਾ ਕੋਈ ਫਾਇਦਾ ਹੋਏਗਾ। ਮਿਸਾਲ ਦੇ ਤੌਰ ਤੇ ਇਹਨਾਂ ਨੇ ਕਿਹਾ ਜੀ ਇੱਕ ਮੋਟਰਸਾਈਕਲ ਨੂੰ ਇੱਕ ਦਿਨ 'ਚ 2 ਤੋਂ 3 ਲੀਟਰ ਜਿਹੜਾ ਨਾ ਜੀ ਉਹ ਮਿਲੇਗਾ ਔਰ ਮੋਟਰਸਾਈਕਲ ਜਿਹੜਾ ਹੈ ਨਾ ਜੀ ਉਸ ਨੂੰ ਪੈਟਰੋਲ ਮਿਲੇਗਾ ਜਿਹੜੀ ਮੋਟਰਸਾਈਕਲ ਉਹਦੇ ਨਾਮ ਹੋਏਗੀ। ਮੈਂ ਤੁਹਾਨੂੰ ਦੱਸ ਰਿਹਾ ਕਿ 50 ਤੋਂ 60% ਮੋਟਰਸਾਈਕਲ ਜਿਹੜੀਆਂ ਨੇ ਉਹ ਲੋਕਾਂ ਦੇ ਨਾਮ ਹੀ ਨਹੀਂ ਹੁੰਦੀਆਂ ਔਰ ਉਹਨਾਂ ਦੇ ਆਪਣੇ ਨਾਮ ਹੀ ਨਹੀਂ ਹੈ ਮੋਟਰਸਾਈਕਲਸ ਔਰ ਮੋਸਟਲੀ ਕਿਸ਼ਤਾਂ ਦੇ ਮੋਟਰਸਾਈਕਲਸ ਨੇ। ਇੱਕ ਤਾਂ ਸਭ ਤੋਂ ਪਹਿਲੇ ਤੋਂ ਇਸ਼ੂ ਇਹ ਬਣੇਗਾ ਕਿ ਜਿਹੜੀ ਉਹਨਾਂ ਦੀ ਰਜਿਸਟ੍ਰੇਸ਼ਨ ਹੈ ਉਹਦੇ ਉੱਤੇ ਹੀ ਜਿਹੜਾ ਨਾ ਜੀ ਉਹਨਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਏਗਾ। ਦੂਸਰਾ ਇਹ ਹੈ ਕਿ ਉਹਦੀ ਜਿਹੜੀ ਉਹਨਾਂ ਨੇ ਵੋਲੀਊਮ ਰੱਖਿਆ ਹੈ ਕਿ 2 ਤੋਂ 3 ਲੀਟਰ ਜਿਹੜਾ ਨਾ ਜੀ ਉਹ ਪੈਟਰੋਲ ਮਿਲੇਗਾ ਔਰ ਉਹਦੀ ਜਿਹੜਾ ਪੂਰਾ ਬਕਾਇਦਾ ਉਹਨੂੰ ਸਕੈਨ ਕੀਤਾ ਜਾਏਗਾ ਔਰ ਉਹ OTP ਉਸ ਕੋਡ ਆਏਗਾ ਔਰ ਜਿਹੜੀ ਕਿਉਂਕਿ ਗਵਰਨਮੈਂਟ ਨੇ ਤਾਂ ਕਰਨਾ ਨਾ ਲਾਮਾਲਾ ਉਹਦਾ ਕੋਈ ਨਾ ਕੋਈ ਮੈਕੈਨਿਜ਼ਮ ਤਾਂ ਬਣਾਉਣਾ, ਲੇਕਿਨ ਉਹਨੂੰ ਫੀਲਡ ਦੇ ਵਿੱਚ ਪ੍ਰੈਕਟੀਕਲ ਕਰਨਾ ਔਰ ਪੈਟਰੋਲ ਪੰਪਸ ਦੇ ਉੱਤੇ ਜਿਹੜਾ ਰਸ਼ ਪੈਣਾ, ਜਿਸ ਤਰ੍ਹਾਂ ਤੁਸੀਂ ਅੱਜ ਕੱਲ੍ਹ ਦੇਖੋ ਕਿ ਆਟਾ ਦੇ ਸਿਲਸਿਲੇ ਦੇ ਵਿੱਚ ਪੂਰੀ ਸੜਕਾਂ ਬਲੌਕ ਹੋਈ ਹੁੰਦੀਆਂ ਨੇ ਔਰ ਲਾਈਨਾਂ ਲੱਗੀਆਂ ਹੁੰਦੀਆਂ ਨੇ ਬੇਤਹਾਸ਼ਾ ਔਰ ਇਹ ਜਿਹੜਾ ਫ੍ਰੀ ਆਟਾ ਦੇ ਰਹੇ ਨੇ, ਕਿਉਂਕਿ ਇਹਦੇ ਵਿੱਚ ਵੀ ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਜੀ ਉਹ ਮਾਫੀਆਜ਼ ਆ ਜਾਂਦੇ ਨੇ। ਜਿਹੜਾ ਇੱਕ ਸਫੈਦ ਪੋਸ਼ ਆਦਮੀ ਹੈ, ਜਿਹੜਾ ਕੋਈ ਇੱਜ਼ਤ ਨਫਸ ਰੱਖਣ ਵਾਲਾ ਬੰਦਾ ਹੈ, ਜੇ ਭਲੇ ਉਹ ਗਰੀਬ ਹੈ, ਇੱਜ਼ਤ ਨਫਸ ਤਾਂ ਹਰ ਉਸ ਸ਼ਖਸ ਦੇ ਵਿੱਚ ਅੱਲਾ ਨੇ ਰੱਖੀ ਹੈ, ਖਾ ਉਹ ਅਮੀਰ ਹੈ ਖਾ ਉਹ ਗਰੀਬ ਹੈ, ਤੇ ਉਹ ਇੰਤਹਾਈ ਮਜਬੂਰੀ ਦੀ ਹਾਲਤ ਦੇ ਵਿੱਚ ਜਿਹੜਾ ਨਾ ਜੀ ਉਹ ਘਰ ਤੋਂ ਬਾਹਰ ਨਿਕਲਦਾ ਹੈ। ਇਹਨਾਂ ਦੇ ਵਿੱਚ ਜਿਹੜੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਹੜੇ ਕਿ ਡੇਲੀ ਜਿਹੜਾ ਨਾ ਜੀ ਪੈਸੇ ਜਿਹਨਾਂ ਨੂੰ ਬਕਾਇਦਾ ਮਾਫੀਆ ਜਿਹੜਾ ਨਾ ਉਹਨਾਂ ਨੂੰ ਦਿਹਾੜੀ ਦਿੰਦੇ ਨੇ ਔਰ ਦਿਹਾੜੀ ਵਾਸਤੇ ਉਹ ਦੁਕਾਨਦਾਰ ਉਹ ਉੱਥੇ ਸਾਰਾ ਦਿਨ ਉਹ ਆਟਾ ਲੈਂਦੇ ਨੇ, ਫਿਰ ਉਹਨਾਂ ਕੋਲ ਲੈ ਕੇ ਫਰਦਰ ਫਿਰ ਉਸੇ ਤਰ੍ਹਾਂ ਵੇਚਦੇ ਨੇ। ਇਸੇ ਤਰ੍ਹਾਂ ਹੀ ਸੂਰਤ ਹਾਲ ਜਿਹੜੀ ਹੈ ਨਾ ਜੀ ਇਹ ਪੈਟਰੋਲ ਦੀ ਹੋਣੀ ਹੈ ਔਰ ਲੋਕਾਂ ਨੇ ਜਿਹੜਾ ਨਾ ਜੀ ਇਹਦੇ ਵਿੱਚ ਉਹ ਇੱਕ ਛੋਟੇ ਜਿਹੜੇ ਨਾ ਮਾਫੀਆ ਇਹਦੇ ਵਿੱਚ ਆ ਜਾਣਗੇ, ਪੈਟਰੋਲ ਪੰਪ ਦੇ ਨਾਲ ਸਾਜ਼ਬਾਜ਼ ਕਰਨਗੇ ਔਰ ਇਸ ਤਰ੍ਹਾਂ ਜਿਹੜਾ ਨਾ ਇਹ ਸਕੀਮ ਕੋਈ ਕਿਸੇ ਕਿਸਮ ਦੀ ਕੋਈ ਮੁਫੀਦ ਸਾਬਤ ਨਹੀਂ ਹੋਏਗੀ। ਫਿਰ ਗੱਡੀਆਂ ਦੇ ਹਵਾਲੇ ਨਾਲ ਇਹ ਹੈ ਕਿ 800 cc ਜਿਹੜੀ ਗੱਡੀ ਹੈ ਜੀ ਪੁਰਾਣੀ ਹੈ, ਛੋਟੀ ਗੱਡੀ ਹੈ, ਅਗਰ ਉਹਨਾਂ ਦੇ ਨਾਮ ਹੈ ਤੇ ਉਹਨਾਂ ਨੂੰ 21 ਲੀਟਰ ਟੋਟਲ ਜਿਹੜਾ ਨਾ ਜੀ ਉਹ ਮਹੀਨੇ ਦੇ ਵਿੱਚ 21 ਲੀਟਰ ਉਹਨਾਂ ਨੂੰ ਪੈਟਰੋਲ ਮਿਲੇਗਾ। ਮੈਂ ਸਮਝਦਾ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਸਕੀਮ ਹੈ ਇਸ ਤੋਂ 1000 ਦਰਜੇ ਬਿਹਤਰ ਹੈ ਸੀ ਕਿ ਤੁਸੀਂ ਜਿਹੜਾ ਨਾ ਓਵਰਆਲ ਪੈਟਰੋਲ ਦੀ ਕੀਮਤ ਜਿਹੜੀ ਹੈ ਅਗਰ ਉਹ ਤੁਸੀਂ 10 ਰੁਪਏ 15 ਰੁਪਏ ਅਗਰ ਨਹੀਂ ਵੀ ਕੰਮ ਕਰ ਸਕਦੇ, ਚਲੋ ਇਸੇ ਤਰ੍ਹਾਂ ਹੀ ਸਸਟੇਨ ਕਰ ਲਓ। ਤੁਸੀਂ ਇਸ ਤਰ੍ਹਾਂ ਦੀ ਪਾਲਿਸੀਜ਼ ਦੇ ਨਾਲ ਕੋਈ ਪਾਪੂਲਿਸਟ ਜਾਂ ਕੋਈ ਇਸ ਤਰ੍ਹਾਂ ਦੇ ਇਕਦਾਮਾਤ
ਅਗਰ ਤੁਸੀਂ ਸੋਚ ਰਹੇ ਹੋ ਕਿ ਇਹਦੇ ਨਾਲ ਕੋਈ ਤੁਹਾਨੂੰ ਕੋਈ ਇਲੈਕਸ਼ਨ ਜੀ ਆਉਣ ਵਾਲੇ ਇਲੈਕਸ਼ਨ ਜਾਂ ਪੰਜਾਬ ਦੇ ਵਿੱਚ ਅਗਰ ਕੋਈ ਇਲੈਕਸ਼ਨ ਦੇ ਕੋਈ ਫਾਇਦਾ ਹੋ ਸਕਦਾ, ਇਹ ਤੁਹਾਨੂੰ ਇਹਦਾ ਫਾਇਦਾ ਨਹੀਂ ਹੋਏਗਾ, ਇਹ ਤਾਂ ਤੁਹਾਨੂੰ ਨੁਕਸਾਨ ਹੋਏਗਾ। ਔਰ ਇਹ ਮੁਸੱਦਕ ਮਲਕ ਸਾਹਿਬ ਜਿਹੜੇ ਹੈ ਨੇ, ਇਹ ਥੋੜ੍ਹਾ ਜਿਹਾ ਆਪਣੀ ਜਿਹੜਾ ਇਹਨਾਂ ਦਾ ਜੋਸ਼ ਹੈ ਇਹਨੂੰ ਜ਼ਰਾ ਕੰਟਰੋਲ 'ਚ ਰੱਖਣ, ਕਿਉਂਕਿ ਇੱਕ ਬੜੀ ਮਸ਼ਹੂਰ ਜਿਹੜੀ ਹੈ ਨਾ ਜੀ ਇੱਕ ਹੈ ਕਿ ਜਦੋਂ ਵੀ ਰਵਾਇਤ ਕਹਿ ਲਓ, ਅੱਲਾਹ ਤਬਾਰਕ ਤਾਲਾ ਮਾफ़ ਫਰਮਾਏ, ਲੇਕਿਨ ਮੈਂ ਪੜ੍ਹਿਆ ਕਿ ਅਗਰ ਤੁਸੀਂ ਕੋਈ ਇਰਾਦਾ ਕਰ ਲੈਂਦੇ ਹੋ ਕਿਸੇ ਚੀਜ਼ ਦੇ ਕਰਨ ਦਾ ਜਾਂ ਕੋਈ ਕੰਮ ਕਰਨ ਦਾ, ਤਾਂ ਕੋਸ਼ਿਸ਼ ਕਰੋ ਕਿ ਆਪਣੇ ਇਰਾਦਿਆਂ ਨੂੰ ਜਿਹੜਾ ਨਾ ਜੀ ਉਹ ਖੁਫੀਆ ਰੱਖੋ ਉਸ ਵਕਤ ਤੱਕ ਕਿ ਜਦ ਤੱਕ ਕਿ ਤੁਸੀਂ ਉਸ ਇਰਾਦੇ ਨੂੰ ਮੁਕੰਮਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਜਾਂਦੇ। ਅਗਰ ਖੁਦਾ ਨਾ ਖਾਸਤਾ ਤੁਹਾਡੇ ਇਰਾਦੇ, ਤੁਹਾਡੀ ਖਾਹਿਸ਼, ਤੁਹਾਡੀ ਉਹ ਜਿਹੜੀ ਚੀਜ਼ ਆਪਣੇ ਉਸ ਟਾਈਮ ਦੇ ਉੱਤੇ ਪੂਰੀ ਨਹੀਂ ਹੁੰਦੀ, ਤਾਂ ਤੁਹਾਨੂੰ ਫਿਰ ਉਸ ਦੀ ਸ਼ਰਮਿੰਦਗੀ ਨਾ ਉਠਾਉਣੀ ਪਵੇ। ਮੈਂ ਦੁਆ ਗੋ ਹਾਂ ਕਿ ਇਹ ਜਿਹੜਾ ਜੋਸ਼ ਔਰ ਜਿਹੜਾ ਵਲਵਲਾ ਜਿਹੜਾ ਨਾ ਜੀ ਮੁਸੱਦਕ ਮਲਕ ਸਾਹਿਬ ਨੇ ਵਿਖਾਇਆ ਆਪਣੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ, ਔਰ ਉਹ ਜਿਹੜਾ ਬੜਾ ਵੱਧ ਚੜ੍ਹ ਕੇ ਕ੍ਰੈਡਿਟ ਲੈ ਰਹੇ ਸਨ, ਅੱਲਾਹ ਤਬਾਰਕ ਤਾਲਾ ਉਹਨਾਂ ਨੂੰ ਇਹਨਾਂ ਇਰਾਦਿਆਂ 'ਚ ਕਾਮਯਾਬ ਕਰੇ। ਔਰ ਉਹਨਾਂ ਦੀ ਨੀਅਤ ਅਗਰ ਇਹ ਹੈ ਕਿ ਗਰੀਬ ਨੂੰ ਦਾ ਫਾਇਦਾ ਹੋਵੇ, ਤਾਂ ਅੱਲਾਹ ਤਬਾਰਕ ਤਾਲਾ ਜਿਹੜਾ ਨਾ ਜੀ ਉਹਨਾਂ ਦੀ ਇਹ ਨੀਅਤ ਜਿਹੜੀ ਹੈ ਨਾ ਜੀ ਉਹਦੇ 'ਤੇ ਉਹ ਕਾਮਯਾਬ ਹੋਣ, ਉਹ ਆਵਾਮ ਨੂੰ ਫਾਇਦਾ ਹੋਵੇ। ਲੇਕਿਨ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੇ, ਕਿਉਂਕਿ ਇਹਦੀ ਬੇਸਿਕਲੀ ਇਸ ਦੀ ਇੰਟੈਂਸ਼ਨ ਜਿਹੜੀ ਹੈ ਨਾ, ਇਹਦੀ ਪਲੈਨਿੰਗ ਹੀ ਗਲਤ ਹੈ। ਕਿਉਂਕਿ ਤੁਸੀਂ ਪਲੈਨਿੰਗ ਬੇਸਿਕਲੀ ਇਹ ਕਰ ਰਹੇ ਹੋ ਕਿ ਦੂਸਰੀ ਪਾਰਟੀ ਜਿਹੜੀ ਹੈ, ਜਿਹੜੀ ਪਾਪੂਲਰ ਹੈ, ਉਹਦੀ ਪਾਪੂਲੈਰਿਟੀ ਨੂੰ ਕਮ ਕਰਨ ਵਾਸਤੇ ਤੁਸੀਂ ਇਹ ਪਲੈਨਿੰਗ ਕਰ ਰਹੇ ਹੋ। ਤੁਸੀਂ ਦਰਅਸਲ ਜਨਨ ਇਹ ਹੈ ਬੁਗਜ਼ ਮੁਆਵੀ ਵਾਲੀ ਗੱਲ ਹੈ ਕਿ ਤੁਸੀਂ ਕਿਸੇ ਦੂਸਰੇ ਬੰਦੇ ਦੇ ਬੁਗਜ਼ ਦੇ ਵਿੱਚ ਜਿਹੜਾ ਨਾ ਜੀ ਤੁਸੀਂ ਇਹ ਕੰਮ ਕਰ ਰਹੇ ਹੋ। ਅਗਰ ਤੁਹਾਡੀ ਨੀਅਤ ਜਿਹੜੀ ਹੈ ਨਾ ਜੀ ਉਹ ਵਾਜ਼ੇ ਹੋਵੇ ਇਸ ਕਿ ਤੁਸੀਂ ਕਰਨਾ ਹੀ ਗਰੀਬਾਂ ਵਾਸਤੇ ਹੈ, ਤੇ ਉਹਦੇ ਵਿੱਚ ਯਕੀਨੀ ਤੌਰ ਤੇ ਅੱਲਾ ਦੀ ਮਦਦ ਵੀ ਸ਼ਾਮਲ ਹੁੰਦੀ ਹੈ। ਲੇਕਿਨ ਅਗਰ ਤੁਸੀਂ ਬੁਗਜ਼ ਔਰ ਅਨਾਦ ਦੀ ਵਜ੍ਹਾ ਤੋਂ ਆਪਣੇ ਜਿਹੜੇ ਨਾ ਫੈਸਲੇ ਕਰਦੇ ਹੋ, ਉਹ ਫੈਸਲਿਆਂ ਦਾ ਕੋਈ ਫਾਇਦਾ ਨਹੀਂ ਹੁੰਦਾ, ਔਰ ਤਕਰੀਬਨ ਉਹ ਫੈਸਲੇ ਕਾਮਯਾਬ ਵੀ ਨਹੀਂ ਹੁੰਦੇ। ਥੈਂਕ ਯੂ ਵੈਰੀ ਮਚ।